ਅੱਜ ਦਾ ਮੁੱਦਾ ਬੜਾ ਸੰਜੀਦਾ ਤੇ ਬੜਾ ਸੀਰੀਅਸ ਹੈ। ਇੱਕ ਵਕੀਲ ਨੂੰ ਅਰੈਸਟ ਕੀਤਾ ਜਾਂਦਾ ਹੈ ਸੈਪਟੈਂਬਰ 14 ਨੂੰ। ਉਹ ਤੋਂ ਬਾਅਦ ਕਸਟਡੀ ਦੇ ਵਿੱਚ ਉਹਦੀ ਕੁੱਟਮਾਰ ਹੁੰਦੀ ਹੈ, ਕਸਟੋਡੀਅਲ ਟੌਰਚਰ ਹੁੰਦਾ ਹੈ ਤੇ ਇਨਹਿਊਮਨ ਟ੍ਰੀਟਮੈਂਟ ਕੀਤਾ ਜਾਂਦਾ ਉਹ ਵਕੀਲ ਦੇ ਨਾਲ। ਇਹ ਜਿਹੜੇ ਲਫ਼ਜ਼ ਹੈ FIR ਦੇ ਵਿੱਚ ਦਰਜ ਲਿਖੇ ਹੋਏ, ਉਹ ਲਫ਼ਜ਼ਾਂ ਨੂੰ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ। ਤੇ ਜਿਹੜੇ ਕਲਪਰੇਟਸ ਹੈ ਇਸ ਕੇਸ ਦੇ ਵਿੱਚ ਪੁਲਿਸ ਵਾਲੇ, ਕੰਸਰਨਡ ਪੁਲਿਸ ਆਫੀਸ਼ੀਅਲਸ, ਉਹਨਾਂ ਨੂੰ ਕਰਦੇ ਨੂੰ ਸ਼ਰਮ ਨਹੀਂ ਆਈ। ਇਹ ਬਹੁਤ ਮੰਦਭਾਗੀ ਗੱਲ ਹੈ। ਹੁਣ ਕੁਝ ਬਰੀਫ ਫੈਕਟਸ ਮੈਂ ਤੁਹਾਨੂੰ ਦੱਸਦਾ ਕਿ ਹੋਇਆ ਕੀ ਹੈ, ਉਦੋਂ ਬਾਅਦ ਆਪਾਂ ਮੇਨ ਪੁਆਇੰਟਸ ਤੇ ਆਉਣੇ ਆ। ਪਹਿਲਾਂ ਤਾਂ ਜਿਹੜੇ ਵਕੀਲ ਦੇ ਨਾਲ ਇਹ ਕਸਟੋਡੀਅਲ ਟੌਰਚਰ ਹੋਇਆ, ਉਹਨਾਂ ਨੂੰ 18 ਸੱਟਾਂ ਆਈਆਂ, 18 ਸੱਟਾਂ ਅਕੋਰਡਿੰਗ ਟੂ MLR, ਮੈਡੀਕੋ ਲੀਗਲ ਰਿਪੋਰਟ। ਤੇ ਇਹ ਸੱਟਾਂ ਆਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਜੇ ਤੱਕ ਕੋਈ ਐਕਸ਼ਨ ਇਨੀਸ਼ੀਏਟ ਨਹੀਂ ਕੀਤਾ। ਜਿਹੜੇ ਕੰਸਰਨਡ ਪੁਲਿਸ ਆਫੀਸ਼ੀਅਲਸ ਹੈ ਉਹਨਾਂ ਨੂੰ ਨਾ ਤਾਂ ਅਜੇ ਤੱਕ ਡਿਸਮਿਸ ਕੀਤਾ ਗਿਆ, ਨਾ ਸਾਰਿਆਂ ਨੂੰ ਅਰੈਸਟ ਕੀਤਾ ਗਿਆ। ਤੀਜੀ ਗੱਲ ਇਹ ਹੈ ਕਿ ਤੁਸੀਂ ਦੇਖੋ ਸੈਪਟੈਂਬਰ 22 ਨੂੰ 6 ਪੁਲਿਸ ਵਾਲੇ ਜਿਹੜੇ ਹੈਗੇ ਹੈ, ਸੈਪਟੈਂਬਰ 22 ਦੇ ਇਨਸੀਡੈਂਟ ਤੋਂ ਬਾਅਦ ਸੈਪਟੈਂਬਰ 25 ਨੂੰ FIR ਦਰਜ ਹੁੰਦੀ ਹੈ 6 ਪੁਲਿਸ ਵਾਲਿਆਂ ਦੇ ਖਿਲਾਫ, ਇੱਕ SP, ਇੱਕ CIA ਇੰਚਾਰਜ, 3 ਪੁਲਿਸ ਕਨਸਟੇਬਲਸ ਤੇ ਇੱਕ ਹੋਮਗਾਰਡ। ਤੇ ਸਾਡੀ ਮੰਗ ਬੜੀ ਸਿੰਪਲ ਤੇ ਬੜੀ ਸਪਸ਼ਟ ਹੈ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ CBI ਦੁਆਰਾ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਫ੍ਰੀ ਤੇ ਫੇਅਰ ਹੋਵੇ, ਜਾਂ ਫਿਰ ਆਊਟਸਾਈਡ ਪੰਜਾਬ ਸਟੇਟ ਤੋਂ ਬਾਹਰ ਕੋਈ ਪ੍ਰੋਬ ਏਜੰਸੀ, ਇਨਵੈਸਟੀਗੇਸ਼ਨ ਏਜੰਸੀ ਇਹਨੂੰ ਇਨਵੈਸਟੀਗੇਟ ਕਰੇ ਤਾਂ ਕਿ ਇੰਡੀਪੈਂਡੈਂਟ ਹੋਵੇ, ਪ੍ਰੋਬ ਕਿਸੇ ਦਾ ਇਨਫਲੂਐਂਸ ਨਾ ਹੋਵੇ, ਲੇਕਿਨ ਹੋਵੇ ਅੰਡਰ ਦੀ ਸੁਪਰਵਿਜ਼ਨ ਆਫ ਅ ਹਾਈ ਕੋਰਟ ਜੱਜ। ਤੇ ਤੀਜੀ ਗੱਲ ਇਹ ਹੈ ਕਿ ਸਾਡੀ ਡਿਮਾਂਡ ਹੈ ਕਿ ਇਹਨਾਂ ਨੂੰ 2 ਦਿਨਾਂ ਦੇ ਵਿੱਚ ਡਿਸਮਿਸ ਕੀਤਾ ਜਾਵੇ ਤੇ ਅਰੈਸਟ ਕੀਤੇ ਜਾਣ ਸਾਰੇ ਦੇ ਸਾਰੇ ਕੰਸਰਨ ਜਿਹੜੇ ਪੁਲਿਸ ਆਫੀਸ਼ੀਅਲ ਦਾ। ਜਿਹੜੇ ਸੈਕਸ਼ਨ FIR ਦੇ ਵਿੱਚ ਹੈ ਉਹ ਹੈ 377 ਅਨਨੈਚੁਰਲ ਸੈਕਸ, 342 ਰੋਂਗਫੁਲ ਕਨਫਾਈਨਮੈਂਟ, 323 ਵੋਲੰਟਰਲੀ ਕਾਜ਼ਿੰਗ ਹਰਟ, 149 ਅਨਲੌਫੁਲ ਅਸੈਂਬਲੀ ਤੇ 506 ਕ੍ਰਿਮੀਨਲ ਇੰਟੀਮੀਡੇਸ਼ਨ। ਤੇ ਸੈਪਟੈਂਬਰ 25 ਨੂੰ ਪਰਚਾ ਤਾਂ ਹੋ ਜਾਂਦਾ ਹੈ, ਲੇਕਿਨ 2 ਦਿਨ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਬਿਆਨ ਨਹੀਂ ਆਇਆ, ਇੱਕ ਬਿਆਨ। ਭਗਵੰਤ ਮਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ CM ਸਾਹਿਬ, ਤੁਹਾਡੇ ਕੋਲੇ ਹੋਮ ਮਿਨਿਸਟਰੀ ਦਾ ਪੋਰਟਫੋਲੀਓ ਹੈ ਤੇ ਵਕੀਲ ਉਹ ਲੋਕ ਨੇ ਜਿਹੜੇ ਤੁਹਾਨੂੰ ਤੇ ਤੁਹਾਡੇ ਪਾਰਟੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਲੜਦੇ ਰਹੇ ਆ, ਖੜਦੇ ਰਹੇ ਆ। ਤੇ ਅੱਜ ਜੇ ਵਕੀਲ ਦੇ ਨਾਲ ਧੱਕਾ ਹੋ ਰਿਹਾ ਹੈ, ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਇਹ ਕਸਟੋਡੀਅਲ ਟੌਰਚਰ ਜਿਹੜਾ ਹੋਇਆ ਹੈ ਉਹਨਾਂ ਨਾਲ, ਇਹ ਆਤਮਾ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਉਹਨਾਂ ਦੇ ਪਰਿਵਾਰ ਤੇ ਕੀ ਬੀਤ ਰਹੀ ਹੈ। ਤੇ ਇਹ ਇੱਕ ਇਕਲੌਤਾ ਇੰਸੀਡੈਂਟ ਨਹੀਂ ਹੈ, ਮਾਈਂਡ ਯੂ, ਇਹ ਤਾਂ ਆ ਗਿਆ ਬਾਹਰ, ਲੋਕਾਂ ਨੂੰ ਪਤਾ ਲੱਗ ਗਿਆ, ਪਰਚਾ ਹੋ ਗਿਆ, ਲੇਕਿਨ ਇਹ ਤੋਂ ਪਹਿਲਾਂ ਵੀ ਬਹੁਤ ਇਨਸੀਡੈਂਟਸ ਹੋਏ ਹੋਣਗੇ। ਤੇ ਜੇ ਇਹ ਇਨਸੀਡੈਂਟ ਦੇ ਵਿੱਚ ਪੁਲਿਸ ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਸਖਤ ਤੋਂ ਸਖਤ ਐਗਜ਼ੈਂਪਲਰੀ ਪਨਿਸ਼ਮੈਂਟ ਨਹੀਂ ਦਿੱਤੀ ਜਾਂਦੀ, ਐਗਜ਼ਾਮਪਲ ਨਹੀਂ ਬਣਾਇਆ ਜਾਂਦਾ, ਤਾਂ ਐਸੇ ਹੋਰ ਇਨਸੀਡੈਂਟਸ ਬਹੁਤ ਹੋਣਗੇ ਤੇ ਉਹਦੇ ਵਿੱਚ ਆਪਣਾ ਕੋਈ ਪਰਿਵਾਰ ਦਾ ਮੈਂਬਰ ਵੀ ਹੋ ਸਕਦਾ ਹੈ। ਸੋ ਮੇਕ ਸ਼ੋਰ ਹੋਣਾ ਜ਼ਰੂਰੀ ਹੈ ਕਿ ਐਤਕੀ ਇੱਕ ਐਗਜ਼ਾਮਪਲ ਸੈੱਟ ਹੋਵੇ, ਆ ਪੁਲਿਸ ਆਫੀਸ਼ੀਅਲਸ ਦੇ ਖਿਲਾਫ ਐਸੀ ਪਨਿਸ਼ਮੈਂਟ ਹੋਵੇ ਕਿ ਅੱਗੇ ਤੋਂ ਕੋਈ ਐਸਾ ਕੰਮ ਕਰਨ ਦੀ ਜੁਰਤ ਨਾ ਕਰ ਸਕੇ। ਉਹ ਪੁਲਿਸ ਵਾਲੇ ਹੂ ਆਰ ਸਪੋਜ਼ ਟੂ ਇਨਸ਼ੋਰ ਆਰ ਸੇਫਟੀ ਸਿਕਿਉਰਿਟੀ, ਜੇ ਉਹੀ ਇਹ ਕਰਨਗੇ ਤਾਂ ਕਿਵੇਂ ਚੱਲੂ ਸਾਡੀ ਸਟੇਟ, ਕਿਵੇਂ ਲਾਅ ਐਂਡ ਆਰਡਰ ਬਰਕਰਾਰ ਰਹੂਗਾ। ਅਗਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੈਂ ਤਾਂ ਕੋਈ ਬਿਆਨ ਜਾਂ ਕੋਈ ਐਸਾ ਕੋਈ ਟਵੀਟ ਹਜੇ ਤੱਕ ਸੁਣਿਆ ਨਹੀਂ। ਜੇ ਕਿਸੇ ਮੇਰੇ ਪ੍ਰੈਸ ਦੇ ਭਰਾ ਨੇ, ਮਿੱਤਰ ਨੇ, ਭੈਣ ਨੇ ਸੁਣਿਆ ਤਾਂ ਸਾਨੂੰ ਜ਼ਰੂਰ ਦੱਸਿਓ। ਤੁਸੀਂ ਇਹ ਦੇਖੋ ਕਿ ਇਨਸੀਡੈਂਟ, ਇਹ ਜਿਹੜਾ ਕੇਸ ਹੈ ਇਹ ਸਟੇਟ ਲੈਵਲ ਦਾ ਕੇਸ ਹੈ, ਹਾਈ ਪ੍ਰੋਫਾਈਲ ਕੇਸ ਹੈ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾ ਮੁੱਖ ਬੁਲਾਰੇ ਬੋਲ ਰਹੇ ਹੈ, ਨਾ CM ਸਾਹਿਬ ਬੋਲ ਰਹੇ ਹੈ, ਨਾ ਕੋਈ ਮਿਨਿਸਟਰ ਬੋਲ ਰਿਹਾ ਹੈ, ਨਾ ਮੁਕਤਸਰ ਦੇ ਲੀਡਰਸ ਬੋਲ ਰਹੇ ਆਮ ਆਦਮੀ ਪਾਰਟੀ ਦੇ। ਮੈਂ ਜਾਨਣਾ ਚਾਹਣਾ ਕਿ ਇਹ ਚੁੱਪੀ ਕਿਉਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਹ ਤਾਂ ਦੱਸੇ ਵੀ ਇਹ 'ਚ ਤੁਸੀਂ ਬੋਲਣਾ ਕਿਉਂ ਨਹੀਂ ਚਾਹ ਰਹੇ, ਐਕਸ਼ਨ ਕਿਉਂ ਨਹੀਂ ਹੋ ਰਿਹਾ, ਅਰੈਸਟ ਕਿਉਂ ਨਹੀਂ ਹੋ ਰਿਹਾ, ਡਿਸਮਿਸਲ ਕਿਉਂ ਨਹੀਂ ਹੋ ਰਿਹਾ ਅਜੇ ਤੱਕ। ਸਸਪੈਂਸ਼ਨ ਦੀ ਗੱਲ ਹੈ, ਜਿੱਥੋਂ ਤੱਕ ਮੈਂ ਦੱਸਦਾ ਕਿ ਸਸਪੈਂਸ਼ਨ ਨਹੀਂ ਸਾਨੂੰ ਚਾਹੀਦੀ। ਸਸਪੈਂਸ਼ਨ ਤਾਂ ਬੇਸਿਕਲੀ ਸਿਰਫ ਔਰ ਸਿਰਫ ਇੱਕ ਆਈ ਵਾਸ਼ ਹੁੰਦਾ ਹੈ, ਥੋੜੇ ਟਾਈਮ ਬਾਅਦ ਉਹੀ ਪੁਲਿਸ ਵਾਲੇ ਨੂੰ ਬਹਾਲ ਕਰ ਦੇਣਾ ਹੁੰਦਾ ਸਸਪੈਂਸ਼ਨ ਤੋਂ ਬਾਅਦ। ਦੇਅਰਫੋਰ ਜ਼ਰੂਰੀ ਹੈ ਡਿਸਮਿਸਲ ਹੋਣੀ। ਤੇ ਅਗਲਾ ਇਹ ਹੈ ਕਿ ਤੁਸੀਂ ਦੇਖੋ CM ਸਾਹਿਬ ਜਦੋਂ ਕੋਈ ਵੀ ਕੇਸ ਹੁੰਦਾ ਨਾ, ਆਪੋਜੀਸ਼ਨ ਦੇ ਲੀਡਰ ਦੇ ਖਿਲਾਫ ਟਵੀਟ ਵੀ ਕਰਨਗੇ, ਸਟੇਜਾਂ ਤੋਂ ਵੀ ਬੋਲਣਗੇ, ਹੋਰ ਵੀ ਸਾਰੀਆਂ ਚੀਜ਼ਾਂ ਕਰਨਗੇ, ਲੇਕਿਨ ਇੱਕ ਸੀਰੀਅਸ ਕੇਸ ਹੈ ਤੇ ਆਫੀਸਰ ਆਫ ਦਾ ਕੋਰਟ ਵਕੀਲ ਦੇ ਨਾਲ ਹੋਇਆ ਹੈ, ਜੋ ਸਾਡੇ ਲਈ ਲੜਦੇ ਹੈ, ਸਾਨੂੰ ਇਨਸਾਫ ਦਿਵਾਉਂਦੇ ਹੈ, ਸਾਡੀ ਆਵਾਜ਼ ਬੁਲੰਦ ਕਰਦੇ ਹੈ। ਸਾਡੇ ਨਾਲ ਜਿਹੜਾ ਧੱਕਾ ਹੋਇਆ
ਉਹਨੂੰ ਮੇਕ ਸ਼ੋਰ ਕਰਦੇ ਹਾਈਲਾਈਟ ਕਰਕੇ ਤੇ ਸਾਨੂੰ ਰਿਲੀਫ ਦਿਵਾ ਸਕਣ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਚੁੱਪੀ ਜਿਹੜੀ ਹੈ, ਇਹ ਦਿਸ ਇਜ਼ ਵੈਰੀ ਅਨਫੋਰਚੂਨੇਟ। ਤੇ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਲੋਕ ਹੈ 3 ਕਰੋੜ ਲੋਕ, ਉਹਨਾਂ ਨੂੰ ਸਾਡੀ ਅਪੀਲ ਹੈ ਕਿ ਜਿਹੜੇ ਵਕੀਲ ਤੁਹਾਡੇ ਲਈ ਖੜਦੇ ਲੜਦੇ ਆਏ ਹੈ, ਅੱਜ ਸਾਨੂੰ ਸਾਰਿਆਂ ਨੂੰ ਤੁਹਾਡੀ ਲੋੜ ਹੈ। ਤੁਹਾਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤੁਹਾਨੂੰ ਵੀ ਮੇਕ ਸ਼ੋਰ ਕਰਨਾ ਚਾਹੀਦਾ ਕਿ ਸਰਕਾਰ ਤੋਂ ਐਕਸ਼ਨ ਡਿਮਾਂਡ ਕੀਤਾ ਜਾਵੇ ਤੇ 2 ਦਿਨਾਂ ਦੇ ਵਿੱਚ ਡਿਸਮਿਸਲ ਪਲੱਸ ਅਰੈਸਟ ਜਿਹੜੇ 6 ਪੁਲਿਸ ਵਾਲੇ ਨਾਮਜ਼ਦ ਹੋਏ ਹੈ ਇਹ ਕੇਸ ਦੇ ਵਿੱਚ ਹੋਣਾ ਜ਼ਰੂਰੀ ਹੈ। ਤੇ ਮੇਰਾ ਇੱਕੋ ਇੱਕ ਕਹਿਣਾ ਹੈ ਕਿ ਜਿਹੜੇ ਵਿਕਟਮ ਦੇ ਨਾਲ ਆ ਵਿਵਹਾਰ ਕੀਤਾ ਗਿਆ, ਇਹ ਵਿਵਹਾਰ ਦੀ ਅਸੀਂ ਕੜੇ ਤੋਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਤੇ ਤਾਂ ਕਰਕੇ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਇਹ ਅਸੀਂ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇ ਤਾਂ ਕਿ ਕੋਈ ਪੁਲਿਸ ਅਫੀਸ਼ੀਅਲ ਜਿਹਨੇ ਵਰਦੀ ਪਾਈ ਹੋਈ ਹੈ, ਜਿਹਨੇ ਆਪਣੀ ਸੇਫਟੀ ਸਿਕਿਉਰਿਟੀ ਇਨਸ਼ੋਰ ਕਰਨੀ ਹੈ, ਅੱਗੇ ਤੋਂ ਇਹ ਕਰਨ ਦੀ ਜੁਰਤ ਨਾ ਕਰੇ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਤੁਹਾਨੂੰ ਅੱਜ ਸਾਡੀ ਬਾਰ ਕਾਉਂਸਲ ਦੀ ਇੱਕ ਟੀਮ ਮਿਲ ਕੇ ਆਈ ਹੈ। ਸੀਐਮ ਸਾਹਿਬ ਨੇ ਕਿਹਾ ਵੀ ਅਸੀਂ ਤੁਹਾਨੂੰ ਮੇਕ ਸ਼ੋਰ ਕਰਾਂਗੇ ਕਿ ਜਸਟਿਸ ਇਨਸਾਫ ਦਿੱਤਾ ਜਾਵੇ। ਮੈਂ ਮਾਨ ਸਾਹਿਬ ਨੂੰ ਇਹ ਪੁੱਛੂੰਗਾ ਕਿ ਮਾਨ ਸਾਹਿਬ ਇੱਕ ਦਿਨ ਦੇ ਵਿੱਚ ਤੁਸੀਂ ਇਨਸਾਫ ਇਨਸ਼ੋਰ ਕਰੋਗੇ, 2 ਦਿਨ ਦੇ ਵਿੱਚ ਕਰੋਗੇ? ਕਿਉਂਕਿ ਅੱਗੇ ਤੁਸੀਂ ਕਹਿੰਦੇ ਹੁੰਦੇ ਸੀਗੇ ਕਿ ਸਿੱਟਾ ਦਾ ਬੇਸਿੱਟਾ ਹੋ ਗਈਆਂ ਤੇ ਜਿਹੜੀਆਂ ਗੱਲਾਂ ਹੈਗੀਆਂ ਉਹ ਸਪੈਸੀਫਿਕ ਤੇ ਸਪਸ਼ਟ ਹੋਣੀਆਂ ਚਾਹੀਦੀਆਂ। ਸੋ ਮਾਨ ਸਾਹਿਬ ਨੇ ਨਾਲ ਮੈਂਸ਼ਨ ਕਿਉਂ ਨਹੀਂ ਕੀਤਾ ਵੀ ਇੰਨੇ ਦਿਨਾਂ ਦੇ ਵਿੱਚ ਐਕਸ਼ਨ ਹੋਊਗਾ, ਅਰੈਸਟ ਹੋਊਗੀ ਤੇ ਡਿਸਮਿਸਲ ਹੋਊਗਾ? ਤੇ ਜਦੋਂ ਆਊਟਸਾਈਡ ਦਾ ਸਟੇਟ ਪ੍ਰੋਬ ਏਜੰਸੀ ਇਹਨੂੰ ਇਨਵੈਸਟੀਗੇਟ ਕਰੂਗੀ ਜਾਂ ਸੀਬੀਆਈ ਕਰੂਗੀ ਤੇ ਉਦੋਂ ਜਿਹੜੇ ਆ ਸੈਕਸ਼ਨਸ ਤੁਹਾਨੂੰ ਮੈਂ ਦੱਸੇ ਹੈ, ਇਹ ਤੋਂ ਬਾਅਦ ਵਾਧਾ ਵੀ ਹੋਊਗਾ ਸੈਕਸ਼ਨਸ ਦੇ ਵਿੱਚ, ਕਿਉਂਕਿ ਬਹੁਤ ਧੱਕਾ ਹੋਇਆ। ਤੇ ਅਖੀਰ ਤੇ ਮੇਰੀ ਇੰਨੀ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਉਸ ਵਕੀਲ ਨਾਲ ਖੜੀਏ, ਉਹ ਵਕੀਲ ਜਿਹੜੀ ਫਰਟਰਨਿਟੀ ਹੈ, ਲੀਗਲ ਫਰਟਰਨਿਟੀ, ਉਹਨਾਂ ਨਾਲ ਖੜੀਏ, ਕਿਉਂਕਿ ਅੱਜ ਤੱਕ ਉਹ ਆਪਣੇ ਲਈ ਖੜਦੇ ਆਏ। ਆਪਣਾ ਫਰਜ਼ ਬਣਦਾ ਹੈ ਆਵਾਜ਼ ਉਹਨਾਂ ਲਈ ਬੁਲੰਦ ਕਰਨ ਦਾ। ਤੇ ਸਰਕਾਰ ਜਿਹੜੀ ਹੁਣ ਬੇਸਿਕਲੀ ਹੈਜ਼ ਸਟਾਰਟਡ ਟੂ ਟਰਨ ਅ ਬਲਾਈਂਡ ਆਈ ਟੂਵਰਡਸ ਇਨਜਸਟਿਸ, ਉਹਨੂੰ ਅਕਾਊਂਟੇਬਲ ਬਣਾਈਏ। ਮੇਰਾ ਇੰਨਾ ਹੀ ਕਹਿਣਾ। ਜੇ ਕਿਸੇ ਦਾ ਸਵਾਲ ਹੈਗਾ ਕੋਈ ਪਲੀਜ਼ ਪੁੱਛ ਸਕਦੇ ਹੋ। ਜੀ ਉਹਦੇ ਖਿਲਾਫ ਜਿਹੜਾ ਜਿਸ ਦੇ ਹੱਕ ਦੇ ਵਿੱਚੋਂ ਜਾ ਕੇ ਥਾਣੇ ਦੇ ਵਿੱਚ ਕੋਈ ਕਾਗਜ਼ ਦੇਣ ਗਿਆ ਸੀਗਾ, ਕੋਈ ਰਿਪੋਰਟ ਦੇਣ ਗਿਆ ਸੀ, ਤਾਂ ਉਹਦੇ ਖਿਲਾਫ ਵੀ ਪਿੰਡ ਵਾਲੇ ਆਏ ਨੇ। ਉਹ ਕਹਿੰਦੇ ਕਿ ਇਹ ਖੁਦ ਨਸ਼ਾ ਤਸਕਰੀ ਦੇ ਵਿੱਚ ਸੰਬੰਧਿਤ ਰਿਹਾ ਹੈ ਤੇ ਨਾਲ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਹ ਡਰਾਵੇ ਦਿੰਦਾ ਸੀਗਾ। ਜੋ ਕੁਝ ਹੋਇਆ ਉਹ ਕਹਿੰਦੇ ਬਿਲਕੁਲ ਠੀਕ ਹੋਇਆ। ਦੇਖੋ ਗੱਲ ਇਸ ਤਰ੍ਹਾਂ ਹੈ, ਕੀ ਠੀਕ ਹੋਇਆ? ਕਸਟੋਡੀਅਲ ਟਾਰਚਰ? ਨਹੀਂ, ਉਹ ਕਹਿ ਰਹੇ ਨੇ ਵੀ ਇਹਨੂੰ ਚੱਕਿਆ ਗਿਆ, ਚੰਗੀ ਗੱਲ ਹੈ, ਸਾਨੂੰ ਬਹੁਤ ਤੰਗ ਕਰਦਾ ਸੀ। ਚਲੋ ਤੁਹਾਡੇ ਹਿਸਾਬ ਨਾਲ ਜੇ ਚੱਲੀਏ ਆਪਾਂ, ਉਹਨਾਂ ਨੇ ਕੋਈ ਅਫੈਂਸ ਕਮਿਟ ਕੀਤਾ ਫॉर द ਸੇਕ ਆਫ ਆਰਗੂਮੈਂਟਸ। ਵੈਸੇ ਕਾਨੂੰਨ ਕਹਿੰਦਾ ਹੈ one is to be presumed innocent until proven guilty, ਬੰਦੇ ਨੂੰ ਨਿਰਦੋਸ਼ ਮੰਨਿਆ ਜਾਊਗਾ ਜਿੰਨਾ ਚਿਰ ਪ੍ਰੂਵ ਨਹੀਂ ਹੁੰਦਾ ਕੋਰਟ ਦੇ ਵਿੱਚ। ਲੇਕਿਨ ਫਿਰ ਵੀ ਫॉर द ਸੇਕ ਆਫ ਆਰਗੂਮੈਂਟਸ ਕਹਿ ਦਿੰਦੇ ਆ ਕੋਈ ਅਫੈਂਸ ਕਮਿਟ ਹੋਇਆ ਤੇ ਉਹ ਜੇਲ੍ਹ 'ਚ ਨੇ। ਕੀ ਕਿਸੇ ਪੁਲਿਸ ਵਾਲੇ ਨੂੰ ਇਹ ਅਧਿਕਾਰ ਹੈ ਕਿ ਉਹਨਾਂ ਨੂੰ ਕਸਟੋਡੀਅਲ ਟਾਰਚਰ ਕੀਤਾ ਜਾਵੇ, ਉਹਨਾਂ ਦੀ ਕੁੱਟਮਾਰ ਕੀਤੀ ਜਾਵੇ, ਉਹਨਾਂ ਨਾਲ ਇਨਹਿਊਮਨ ਟ੍ਰੀਟਮੈਂਟ ਕੀਤਾ ਜਾਵੇ? ਮੈਨੂੰ ਦੱਸੋ ਕਿੱਥੇ ਲਿਖਿਆ ਕਿ ਪੁਲਿਸ ਕੋਲ ਇਹ ਹੱਕ ਹੈ? ਕਿਹੜਾ ਸੰਵਿਧਾਨ ਦਾ ਆਰਟੀਕਲ ਕਹਿੰਦਾ ਹੈ? ਕਿਹੜਾ ਸੀਆਰਪੀਸੀ ਦਾ ਪ੍ਰੋਸੀਜਰ ਇਹ ਚੀਜ਼ ਸੁਜੈਸਟ ਕਰਦਾ ਹੈ? ਇਹ ਚੀਜ਼ ਜੋ ਮਰਜ਼ੀ ਕੋ, ਜੋ ਮਰਜ਼ੀ ਕਵੇ ਕੋਈ ਜਾਂ ਜੋ ਮਰਜ਼ੀ ਕਰੇ ਕੋਈ, ਇਹ ਚੀਜ਼ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਨ ਐਨੀ ਪੋਸੀਬਲ ਵਰਡਸ, ਇਨ ਐਨੀ ਪੋਸੀਬਲ ਟਰਮਸ। ਇਹ ਗਲਤ ਸੀਗੀ, ਇਹ ਗਲਤ ਹੈ ਤੇ ਗਲਤ ਰਹੂਗੀ। ਤੇ ਜੇ ਐਤਕੀ ਇਨਸੀਡੈਂਟ ਨੂੰ ਕੰਡੈਮ ਨਾ ਕੀਤਾ ਗਿਆ ਤੇ ਐਕਸ਼ਨ ਨਾ ਇਨੀਸ਼ੀਏਟ ਕੀਤਾ ਗਿਆ, ਐਸੇ ਇਨਸੀਡੈਂਟਸ ਹੋਰ ਬਹੁਤ ਦੇਖਣ ਨੂੰ ਮਿਲਣਗੇ। ਤੇ ਮੈਂ ਇਹ ਵੀ ਦੱਸਾਂ ਕਿ ਸਾਡਾ ਫੰਡਾਮੈਂਟਲ ਰਾਈਟ ਹੁੰਦਾ ਆਰਟੀਕਲ 21, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਇੱਕ ਕੈਦੀ ਦਾ ਵੀ ਆਰਟੀਕਲ 21 ਰਾਈਟ ਰਹੂਗਾ, ਚਾਹੇ ਜੇਲ੍ਹ 'ਚ ਹੈ ਚਾਹੇ ਬਾਹਰ ਹੈ ਤੇ ਚਾਹੇ ਉਹਦੇ ਪਰਚਾ ਹੈ। ਲੇਕਿਨ ਉਹਦੇ ਨਾਲ ਆਹ ਚੀਜ਼ ਕਰਨੀ, ਉਹਦੀ ਆਤਮਾ ਨੂੰ ਝੰਜੋੜਨਾ, ਆਤਮਾ ਮਾਰਨ ਦੀ ਕੋਸ਼ਿਸ਼ ਕਰਨੀ, ਇਹ ਤੋਂ ਮੰਦਭਾਗਾ ਮੈਨੂੰ ਨਹੀਂ ਲੱਗਦਾ ਕੋਈ ਇਨਸੀਡੈਂਟ ਹੋ ਸਕਦਾ। ਤੇ ਸਰਕਾਰ ਜਿਹੜੀ ਬੜੇ ਆਪਣਾ ਵੱਡੇ ਵੱਡੇ ਲੈਕਚਰਸ ਦਿੰਦੀ ਹੈ, ਬਦਲਾਵ ਲੈ ਕੇ ਆਵਾਂਗੇ, ਅਸੀਂ ਤੁਹਾਨੂੰ ਜਸਟਿਸ ਦਿਵਾਵਾਂਗੇ, ਤੁਹਾਡੇ ਨਾਲ ਖੜਾਂਗੇ, ਤੁਹਾਡੇ ਕੋਲ ਆ ਕੇ ਗੱਲ ਸੁਣਾਂਗੇ, ਤੁਹਾਨੂੰ ਆਉਣ ਦੀ ਲੋੜ ਨਹੀਂ। ਅੱਜ ਮੈਂ ਪੁੱਛਦਾ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਟਾਈਮ ਕੱਢ ਕੇ ਮੁਕਤਸਰ ਜਾ ਕੇ ਜਿਹੜੇ ਵਕੀਲ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਨਾਲ ਆਹ ਸਭ ਕੁਝ ਕੀਤਾ ਗਿਆ, ਅਸੀਂ ਤੁਹਾਡੇ ਨਾਲ ਹੈ? ਇੱਕ ਬਿਆਨ ਤਾਂ ਆ ਜਾਂਦਾ, ਇੱਕ ਬਿਆਨ ਨਹੀਂ, ਕੋਈ ਐਕਸ਼ਨ ਨਹੀਂ, ਕੁਝ ਵੀ ਨਹੀਂ, ਨਥਿੰਗ ਐਟ ਆਲ। ਇੱਥੋਂ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਇਹ ਸਰਕਾਰ ਬਹੁਤ ਵੱਡੀ ਫੇਲੀਅਰ ਸਾਬਿਤ ਹੋਈ ਹੈ। ਇਹਨਾਂ ਦੇ 1.5 ਸਾਲ ਦੇ ਰਾਜ ਦੇ ਵਿੱਚ, 1.5 ਸਾਲ ਪਲੱਸ 6-7 ਦਿਨ ਹੀ ਹੋਏ ਆ ਹਜੇ, ਤੁਸੀਂ ਦੇਖੋ ਕਿੰਨੇ ਲਾਅ ਐਂਡ ਆਰਡਰ ਇਨਸੀਡੈਂਟਸ ਹੋ ਗਏ
ਚਾਹੇ ਆਈਡੀ ਬੰਬ ਮਿਲਨੇ ਹੋਣ, ਚਾਹੇ ਪਟਿਆਲਾ ਕਲੈਸ਼ ਹੋਵੇ, ਚਾਹੇ ਆਰਪੀਜੀ ਇੰਟੈਲੀਜੈਂਸ ਹੈਡਕੁਆਟਰਸ ਤੇ ਫਾਇਰ ਹੋਣੇ ਹੋਣ, ਚਾਹੇ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਚਾਹੇ ਕਬੱਡੀ ਪਲੇਅਰਸ ਦਾ ਕਤਲ ਹੋਵੇ, ਸ਼ਿਵ ਸੈਨਾ ਲੀਡਰ ਦਾ ਕਤਲ ਹੋਵੇ, ਫਿਰੌਤੀ ਰੇਟ ਵਧਣਾ, ਡਰੱਗਸ ਇਸ਼ੂ ਵਧਣੇ, ਐਨਸੀਆਰਬੀ ਦੀ ਰਿਪੋਰਟ ਕਹਿੰਦੀ ਐਨਡੀਪੀਐਸ ਰਿਲੇਟਡ ਕ੍ਰਾਈਮ ਸਭ ਤੋਂ ਜ਼ਿਆਦਾ ਹੋਇਆ ਹੈ, ਆ ਵਕੀਲ ਦੇ ਨਾਲ ਇਨਸੀਡੈਂਟ ਹੋਣਾ, ਕਿੰਨੇ ਇਨਸੀਡੈਂਟਸ ਹੈ। ਇਹ ਸਰਕਾਰ ਦੇ ਰਾਜ ਦੇ ਦਰਮਿਆਨ ਇਹ ਸਭ ਕੁਝ ਹੋਇਆ ਹੈ। ਜ਼ਿੰਮੇਵਾਰੀ ਇਹਨਾਂ ਦੀ ਹੈ ਇਨਸਾਫ ਦੇਣ ਦੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਐਕਸ਼ਨ ਵੀ ਕਰੋ, ਇਨੀਸ਼ੀਏਟ ਟਾਈਮ ਬਾਉਂਡ ਮੈਨਰ ਨਾਲ, ਤੇ ਨਾਲੇ ਤੇ ਬੋਲੋ ਵੀ। ਲੋਕ ਉਡੀਕ ਰਹੇ ਆ ਕਿ ਸਰਕਾਰ ਬਦਲਾਵ ਕਹਿ ਕੇ ਆਈ ਸੀ, ਤੇ ਅੱਜ ਆਹ ਬਦਲਾਵ ਆਮ ਆਦਮੀ ਪਾਰਟੀ ਦੀ ਸਰਕਾਰ ਦਿਖਾ ਰਹੀ ਹੈ। ਪੋਲੀਟੀਕਲ ਵੈਂਡੇਟਾ ਕਰਨ ਲੱਗੇ ਤਾਂ ਬਹੁਤ ਬਿਆਨਾਤ ਆਉਂਦੇ ਆ। ਜਦੋਂ ਇਹ ਜਾਂ ਕੋਈ ਸੀਰੀਅਸ ਸੰਜੀਦਾ ਸੰਗੀਨ ਇਨਸੀਡੈਂਟ ਹੁੰਦਾ ਹੈ ਕਿਸੇ ਵਕੀਲ ਨਾਲ, ਤੇ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪੀ ਧਾਰ ਕੇ ਬੈਠ ਜਾਂਦੀ ਹੈ। ਸੋ ਸਾਡੀ ਇੰਨੀ ਕੁ ਅਪੀਲ ਹੈ ਕਿ ਇਹ ਬਹੁਤ ਹੀ ਵੱਡਾ, ਬਹੁਤ ਹੀ ਸੀਰੀਅਸ ਇਨਸੀਡੈਂਟ ਹੈ, ਸਾਰਿਆਂ ਨੂੰ ਇਹ 'ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਦੇਖੋ ਸਰ, ਆਪਣਾ ਜਦੋਂ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਹੈ, ਅਸੀਂ ਦੱਸਿਆ ਸਾਡੇ ਆਹ ਗ੍ਰੀਵੈਂਸਿਸ ਹੈ, ਕਸਟੋਡੀਅਲ ਟਾਰਚਰ, ਇਨਹਿਊਮਨ ਟਰੀਟਮੈਂਟ ਐਟਸੈਟਰਾ ਵਕੀਲ ਦੇ ਨਾਲ ਹੋਇਆ। ਅਸੀਂ ਦੋ ਚੀਜ਼ਾਂ ਦੀ ਮੰਗ ਕਰ ਰਹੇ ਹਾਂ। ਇੱਕ ਹੈ ਡਿਸਮਿਸਲ, ਜਿਹੜੇ 6 ਪੁਲਿਸ ਵਾਲੇ ਨਾਮਜ਼ਦ ਹੋਏ ਹੈ, ਐਸਪੀ, ਸੀਆਈਏ ਇੰਚਾਰਜ, 3 ਕਾਂਸਟੇਬਲ, 1 ਹੋਮਗਾਰਡ, ਤੇ ਦੂਜਾ ਕਿ ਜਲਦ ਤੋਂ ਜਲਦ ਅਰੈਸਟ ਹੋਣ, ਤੇ ਇਨਵੈਸਟੀਗੇਸ਼ਨ ਜਿਹੜੀ ਆਊਟਸਾਈਡ ਸਟੇਟ ਹੋਵੇ ਜਾਂ ਸੀਬੀਆਈ ਦੁਆਰਾ ਹੋਵੇ, ਤੇ ਜੇ ਆਊਟਸਾਈਡ ਸਟੇਟ ਹੁੰਦੀ ਹੈ ਇਟ ਸ਼ੁੱਡ ਹੈਪਨ ਅੰਡਰ ਦੀ ਸੁਪਰਵਿਜ਼ਨ ਆਫ ਅ ਹਾਈ ਕੋਰਟ ਜੱਜ। ਅਸੀਂ ਜਿਹੜੀ ਮੰਗ ਕੀਤੀ ਹੈ ਕਿ 2 ਦਿਨਾਂ ਦੇ ਵਿੱਚ ਇਨਸਾਫ ਹੋਣਾ ਚਾਹੀਦਾ, ਟਾਈਮ ਬਾਉਂਡ ਤਰੀਕੇ ਨਾਲ। ਉਹ ਕਹਿੰਦੇ ਨਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਤੇ ਜਸਟਿਸ ਸਾਰਾ ਪੰਜਾਬ ਉਡੀਕ ਰਿਹਾ ਹੈ। ਜੇ ਐਤਕੀ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਨਹੀਂ ਕਰਦੀ ਤਾਂ ਸਮਝ ਲਿਓ ਕਿ ਇਹ ਸਰਕਾਰ ਨਾ ਤਾਂ ਪੰਜਾਬ ਦੇ ਹਿੱਤਾਂ ਲਈ ਸੋਚਦੀ ਹੈ, ਨਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਸੋਚਦੀ ਹੈ। ਸਿਰਫ ਔਰ ਸਿਰਫ ਇਹਨਾਂ ਨੂੰ ਕੈਂਪੇਨਿੰਗ, ਮਾਰਕੀਟਿੰਗ, ਬ੍ਰਾਂਡਿੰਗ, ਪੀਆਰ ਇਹਨਾਂ ਦੀ ਪ੍ਰਾਇੋਰਟੀ ਹੈ, ਪੰਜਾਬ ਦੇ ਲੋਕਾਂ ਦਾ ਹਿੱਤ। ਤੇ ਦੂਜੀ ਗੱਲ ਇਹ ਹੈ, ਹੁਣ ਓਨਸ ਇਜ਼ ਔਨ ਦੀ ਆਮ ਆਦਮੀ ਪਾਰਟੀਜ਼ ਗਵਰਨਮੈਂਟ। ਸਰਕਾਰ ਤੇ ਬਰਡਨ ਹੈ, ਓਨਸ ਹੈ ਕੁਝ ਕਰਨ ਦਾ, ਕੁਝ ਕਹਿਣ ਦਾ, ਤੇ ਅਸੀਂ ਤਾਂ ਉਡੀਕ ਰਹੇ ਹਾਂ। 2 ਦਿਨ ਹੋ ਗਏ, 48 ਘੰਟਿਆਂ ਤੋਂ ਚੁੱਪੀ ਹੈ। ਹੁਣ ਕਦੋਂ ਬੋਲਣਗੇ ਆਮ ਆਦਮੀ ਪਾਰਟੀ ਦੇ ਲੀਡਰਸ, ਤੇ ਕਦੋਂ ਬੋਲਣਗੇ ਸਾਡੇ ਸੀਐਮ ਸਾਹਿਬ? ਦੇਖੋ, ਗ੍ਰਿਫਤਾਰੀ ਜਿਹੜੀ ਹੈਗੀ ਹੈ ਸਾਰੇ ਆਫੀਸ਼ੀਅਲਸ ਦੀ ਨਹੀਂ ਹੋਈ, ਤੇ ਇਹ ਕਹਿ ਦੇਣਾ ਕਿ ਸਸਪੈਂਸ਼ਨ ਹੋਊਗੀ ਜੀ, ਇਹ ਕਹਿ ਦੇਣਾ ਜੀ ਹਜੇ ਇਨਵੈਸਟੀਗੇਸ਼ਨ ਹੋਊਗੀ, ਇਹ ਸਫੀਸ਼ੀਐਂਟ ਨਹੀਂ ਹੈ। ਸਸਪੈਂਸ਼ਨ ਤੁਸੀਂ ਪਹਿਲਾਂ ਆਪ ਬਹੁਤ ਦੇਖੀ ਹੋਊਗੀ, ਤੁਸੀਂ ਸਾਰੇ ਤਜਰਬੇਕਾਰ ਹੋ। ਜਦੋਂ ਇੱਕ ਪੁਲਿਸ ਵਾਲੇ ਨੂੰ ਸਸਪੈਂਡ ਕੀਤਾ ਜਾਂਦਾ ਹੈ, ਥੋੜੇ ਟਾਈਮ ਬਾਅਦ ਉਹ ਬਹਾਲ ਹੋ ਜਾਂਦਾ ਹੈ। ਸੋ ਸਾਨੂੰ ਸਸਪੈਂਸ਼ਨ ਨਹੀਂ, ਸਾਨੂੰ ਡਿਸਮਿਸਲ ਚਾਹੀਦਾ, ਤਾਂ ਕਿ ਐਗਜ਼ਾਮਪਲ ਸੈੱਟ ਹੋਵੇ ਉਹ ਐਰਿੰਗ ਪੁਲਿਸ ਆਫੀਸ਼ੀਅਲਸ ਲਈ। ਕਿਹੜੀ ਕਮੇਟੀ ਕਰ ਰਹੀ ਹੈ ਜੀ ਜਾਂਚ? ਜੀ ਆਰਟੀਕਲ 21 ਦਾ ਹਵਾਲਾ ਕਿਹੜੀ ਗੱਲ ਤੇ? ਡਿਸਮਿਸਲ ਕਿਉਂ ਮੰਗ ਰਹੇ ਹਾਂ ਅਸੀਂ? ਕਸਟੋਡੀਅਲ ਟਾਰਚਰ ਕਰਕੇ, ਇਨਹਿਊਮਨ ਟਰੀਟਮੈਂਟ ਕਰਕੇ ਇਹ ਪੁਲਿਸ ਵਾਲਿਆਂ ਨੇ ਕੀਤਾ ਹੈ, ਉਹਨਾਂ ਨਾਲ ਹੋਇਆ ਨਹੀਂ ਹੈ। ਆਰਟੀਕਲ 21 ਵਕੀਲ ਦਾ ਵਾਇਲੇਟ ਹੋਇਆ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਹਿਊਮਨ ਰਾਈਟ। ਤੇ ਜਿਹੜੀ ਚੀਜ਼ ਮੈਂ ਬੋਲ ਕੇ ਦੱਸ ਨਹੀਂ ਸਕਦਾ, ਮੈਨੂੰ ਸ਼ਰਮ ਆ ਰਹੀ ਹੈ, ਉਹ ਚੀਜ਼ ਉਹਨਾਂ ਨੇ ਕੀਤੀ ਹੈ। ਤੇ ਜੇ ਉਹਦੇ ਬਾਵਜੂਦ ਸਰਕਾਰ ਕੁਝ ਨਹੀਂ ਕਰਦੀ, ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਹਿ ਵੀ ਸਕਦੇ ਹਾਂ ਕਿ ਲੋਕਤੰਤਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਪਹੋਲਡ ਕਰ ਰਹੀ ਹੈ। ਦੂਜੀ ਗੱਲ, ਤੁਸੀਂ ਕਿਹਾ ਵੀ ਪੰਜਾਬ ਦੀ ਇੱਕ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ। ਇੱਥੇ ਆ ਜਾਂਦਾ ਕਨਫਲਿਕਟ ਆਫ ਇੰਟਰਸਟ। ਸਾਡਾ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਹਿੰਦਾ ਹੈ, ਯੂ ਕੈਨੋਟ ਬੀ ਅ ਜੱਜ ਇਨ ਯੋਰ ਓਨ ਕੇਸ। ਤੁਸੀਂ ਆਪਦੇ ਕੇਸ ਦੇ ਵਿੱਚ ਜੱਜ ਨਹੀਂ ਹੋ ਸਕਦੇ। ਤੁਹਾਡੇ ਹੀ ਫੈਲੋ ਜਿਹੜੇ ਹੈਗੇ ਹੈ ਪੁਲਿਸ ਵਾਲਿਆਂ ਦੇ ਖਿਲਾਫ FIR ਹੋਈ ਹੈ, ਉਹਨਾਂ ਦੇ ਖਿਲਾਫ ਡਿਮਾਂਡ ਹੈ ਐਕਸ਼ਨ ਦੀ, ਤੇ ਜੇ ਤੁਸੀਂ ਇਨਵੈਸਟੀਗੇਟ ਕਰੋਗੇ ਤਾਂ ਇਹ ਕਨਫਲਿਕਟ ਆਫ ਇੰਟਰਸਟ ਹੈ ਬਹੁਤ ਵੱਡਾ। ਸੋ ਤਾਂ ਕਰਕੇ ਅਸੀਂ ਮੰਗ ਕਰ ਰਹੇ ਹਾਂ ਆਊਟਸਾਈਡ ਸਟੇਟ ਹੋਵੇ ਜਾਂ ਤਾਂ ਪ੍ਰੋਬ ਜਾਂ CBI ਕਰੇ। ਬਿਲਕੁਲ, ਦੇਖੋ 1.5 ਸਾਲ ਦੇ ਵਿੱਚ ਇਹ 2 ਇਨਸੀਡੈਂਟਸ ਨਹੀਂ ਹੈ ਸਿਰਫ, ਬਹੁਤ ਇਨਸੀਡੈਂਟ ਹੈ ਜਿੱਥੇ ਪੁਲਿਸ ਵਾਲਿਆਂ ਨੇ ਵਰਦੀ ਪਾਉਣ ਦੇ ਬਾਵਜੂਦ, ਸਹੁੰ ਚੱਕਣ ਦੇ ਬਾਵਜੂਦ ਕਿ ਸਾਨੂੰ ਮਹਿਫੂਜ਼ ਮਹਿਸੂਸ ਕਰਾਉਣਗੇ, ਤੇ ਉਹਨਾਂ ਨੇ ਐਗਜ਼ੈਕਟਲੀ ਉਲਟ ਕੀਤਾ ਹੈ। ਕਸਟੋਡੀਅਲ ਟਾਰਚਰਸ ਵੀ ਹੋਏ ਹੈ,
ਤੇ ਜਿਹੜੇ ਇਨਮੇਟਸ ਹੈ ਉਹਨਾਂ ਨਾਲ ਦੁਰਵਿਵਹਾਰ ਵੀ ਹੋਇਆ, ਇਨਹਿਊਮਨ ਟ੍ਰੀਟਮੈਂਟ ਵੀ ਹੋਇਆ। ਸੋ ਇਹ ਸਰਕਾਰ ਨੂੰ ਕਿੱਥੇ ਤਾਂ ਟਾਈਮ ਬਾਉਂਡ ਐਕਸ਼ਨ ਲੈ ਕੇ ਨਾਲ ਦੀ ਨਾਲ ਇੱਕ ਪ੍ਰੈਸੀਡੈਂਟ ਸੈੱਟ ਕਰਨਾ ਚਾਹੀਦਾ ਸੀਗਾ। ਜੇ ਅੱਜ ਤੋਂ ਪਹਿਲਾਂ ਹੀ ਕਰ ਦਿੰਦੇ ਤਾਂ ਅੱਜ ਕਿਸੇ ਪੁਲਿਸ ਵਾਲੇ ਦੀ ਜ਼ਰੂਰਤ ਨਾ ਹੁੰਦੀ ਇਹ ਚੀਜ਼ ਕਰਨ ਦੀ, ਤੇ ਉਹ ਵੀ ਵਕੀਲ ਦੇ ਨਾਲ, ਜਿਹੜੇ ਲੋਕਾਂ ਲਈ ਇਨਸਾਫ ਲੈਂਦੇ ਹੈ, ਜਿਹੜੇ ਆਫਿਸਰ ਹੈ ਕੋਰਟ ਦੇ। ਤੇ ਜੇ ਅੱਜ ਉਹਨਾਂ ਨਾਲ ਆ ਚੀਜ਼ ਹੋ ਰਹੀ ਹੈ ਤੇ ਆਮ ਬੰਦਿਆਂ ਨਾਲ ਕੀ ਹੋ ਸਕਦਾ ਹੈ। ਤੇ ਮੈਂ ਤੁਹਾਨੂੰ, ਤੁਸੀਂ ਮੈਨੂੰ ਲੱਗਦਾ ਸ਼ਾਇਦ ਉਦੋਂ ਸੀਗੇ ਨਹੀਂ, ਅਸੀਂ ਇਹ ਚੀਜ਼ ਕਹੀ ਹੈ ਕਿ ਇਹ ਜੇ ਇਨਸੀਡੈਂਟਸ ਹੁੰਦੇ ਰਹਿਣਗੇ, ਇਹ ਤੋਂ ਪਹਿਲਾਂ ਵੀ ਹੋਏ ਹੈ, ਇਹ ਤੋਂ ਬਾਅਦ ਵੀ ਹੁੰਦੇ ਰਹਿਣਗੇ, ਜੇ ਐਤਕੀ ਕੁਛ ਨਾ ਕੀਤਾ ਗਿਆ, ਐਤਕੀ ਇੱਕ ਐਗਜ਼ਾਮਪਲ ਨਾ ਸੈੱਟ ਕੀਤਾ ਗਿਆ। ਤੁਸੀਂ ਇਹ ਦੇਖੋ, ਇਹ ਇਨਸੀਡੈਂਟ ਬਾਹਰ ਆ ਗਿਆ, ਇੱਕ ਤੁਸੀਂ ਹੋਰ ਇਨਸੀਡੈਂਟ ਦੱਸਿਆ ਉਹ ਬਾਹਰ ਆ ਗਿਆ। ਸਾਰੇ ਇਨਸੀਡੈਂਟਸ ਨਹੀਂ ਆਉਂਦੇ, ਸਾਰੇ ਇੱਕ ਸੈਕਿੰਡ ਜੀ, ਸਾਰੇ ਇਨਸੀਡੈਂਟਸ ਨਾ ਤਾਂ ਬਾਹਰ ਆਉਂਦੇ ਹੈ, ਨਾ ਸਾਰਿਆਂ ਦੇ ਵਿੱਚ ਉਹ ਕਰੇਜ ਬਚਦੀ ਹੈ। ਕਿਉਂਕਿ ਜਦੋਂ ਤੁਹਾਡੇ ਨਾਲ ਇਹ ਜਿਹਾ ਕੁਛ ਕਰਦੇ ਹੈ, ਇਨਹਿਊਮਨ ਟ੍ਰੀਟਮੈਂਟ, ਸੈਕਸ਼ਨ 377 ਲੱਗਿਆ ਹੋਇਆ ਹੈ, ਤੇ ਤੁਹਾਡੀ ਆਤਮਾ ਝੰਜੋੜੀ ਜਾਂਦੀ ਹੈ, ਤੁਹਾਡੀ ਆਤਮਾ ਦਾ ਮਰਨ ਹੋ ਜਾਂਦਾ ਹੈ। ਸੋ ਬੜਾ ਜ਼ਰੂਰੀ ਹੈ ਕਿ ਇਹ ਤੇ ਤੁਸੀਂ ਵੀ, ਮੇਰੇ ਸਾਰੇ ਪ੍ਰੈਸ ਵੀ, ਮੇਰੇ ਜਿਹੜੇ ਸਾਰੇ ਪ੍ਰੈਸ ਦੇ ਭਰਾ ਨੇ, ਭੈਣਾਂ ਹੈ ਤੇ ਪ੍ਰਿੰਟ ਮੀਡੀਆ ਹੈ, ਮੇਰੀ ਸਭ ਨੂੰ ਬੇਨਤੀ ਹੈ ਕਿ ਇਹਨੂੰ ਕਾਈਂਡਲੀ ਵੱਧ ਤੋਂ ਵੱਧ ਇਸ਼ੂ ਨੂੰ ਚੱਕਿਆ ਜਾਵੇ। ਬਹੁਤ ਹੀ ਸੀਰੀਅਸ ਇਸ਼ੂ ਹੈ, ਸਾਡੇ ਲਾਅ ਐਂਡ ਆਰਡਰ ਤੇ ਸਾਡੇ ਇਨਸਾਫ ਨਾਲ ਕੰਸਰਨਡ ਹੈ, ਕਨੈਕਟਡ ਹੈ। ਤੇ ਤੁਸੀਂ ਵੀ ਡਿਮਾਂਡ ਕਰੋ, ਇਹ ਸਰਕਾਰ ਨੂੰ ਪੁੱਛੋ ਵੀ ਕੀ ਕਰਨਾ ਜੀ, ਤੁਸੀਂ ਕੀ ਐਕਸ਼ਨ ਲੈਣਾ ਜੀ। ਹੁਣ ਤੱਕ ਬੋਲੇ ਕਿਉਂ ਨਹੀਂ? 48 ਘੰਟਿਆਂ ਦਾ ਟਾਈਮ ਲੰਘ ਚੁੱਕਿਆ ਹੈ, ਲੇਕਿਨ ਅਜੇ ਤੱਕ ਸਰਕਾਰ ਦੁਆਰਾ ਕੁਝ ਨਾ ਕਿਹਾ ਗਿਆ ਨਾ ਕੀਤਾ ਗਿਆ। ਤੁਸੀਂ ਕਹਿ ਰਹੇ ਸੀ ਜੀ ਕੁਝ? ਅਗਲਾ ਐਕਸ਼ਨ ਪਲਾਨ ਇਹੀ ਹੈ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਆਪਦੀ ਡਿਮਾਂਡਸ ਦੱਸਤੀਆਂ। ਮੈਂ ਆਪ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂਬਰ ਹੈ, ਪ੍ਰੈਕਟਿਸ ਕਰਦਾ, ਤੇ ਸਾਡੀਆਂ ਡਿਮਾਂਡਸ ਬੜੀਆਂ ਕਲੀਅਰ ਹੈ, ਦੱਸ ਦਿੱਤੀਆਂ ਗਈਆਂ ਸੀਐਮ ਸਾਹਿਬ ਨੂੰ। ਹੁਣ ਉਮੀਦ ਹੈ ਕਿ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਤੋਂ ਬਾਅਦ ਇੱਕ ਫੇਲੀਅਰਸ ਰਹੇ ਹੈ, ਇਨਸਾਫ ਨਹੀਂ ਦੇ ਸਕੀ, ਐਤਕੀ ਇਨਸਾਫ ਦੇਊਗੀ ਉਹ, ਕਿਉਂਕਿ ਸਾਡੇ ਭਰਾਵਾਂ ਦਾ ਮਸਲਾ ਹੈ, ਪੰਜਾਬ ਦਾ ਮਸਲਾ ਹੈ, ਤੇ ਇਹ ਇਨਸੀਡੈਂਟ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਜ਼ਰੂਰੀ ਹੈ ਤਾਂ ਕਿ ਫਿਰ ਤੋਂ ਕੋਈ ਇਹ ਜਿਹੀ ਚੀਜ਼ ਦੁਹਰਾਉਣ ਦੀ ਹਿੰਮਤ ਵੀ ਨਾ ਕਰੇ। ਐਨੀਥਿੰਗ ਐਲਸ? ਥੈਂਕ ਯੂ।